ਇਸ ਵੇਲੇ ਜਿਹੜੀਆਂ ਵਿਆਹ ਦੀਆਂ ਉਮਰਾਂ ਵਧਣ ਦਾ ਕੀ ਕਾਰਨ ਹੈ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਉਹਦੇ ਕਰਕੇ ਆਉਂਦੀਆਂ ਨੇ, ਤਾਂ ਉਹਨਾਂ ਨੇ ਜੋ ਖੁਲਾਸੇ ਕੀਤੇ ਉਹ ਬਹੁਤ ਹੈਰਾਨ ਕਰ ਦੇਣ ਵਾਲੇ ਸੀ। ਤੁਸੀਂ ਕਹਿ ਰਹੇ ਹੋ ਕਿ ਜੇਕਰ ਵਿਆਹ ਦੀ ਸਹੀ ਉਮਰ ਤੇ ਵਿਆਹ ਨਾ ਹੋਵੇ ਤੇ ਫਿਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਖੜੀਆਂ ਹੋ ਜਾਂਦੀਆਂ ਨੇ। ਉਹ ਬਹਾਨੇ ਲਾ ਰਹੇ ਨੇ ਕਿ ਸ਼ਾਦੀ ਤੋਂ ਭੱਜ ਰਹੇ ਨੇ। ਉਹ ਪ੍ਰਕਾਸ਼ ਕਿਸ ਤਰ੍ਹਾਂ ਹੋਇਆ कि 2 साल पहले बाहर असी काफ़ी साल तो असी बना रहे हैं तो 2 साल पहले अपना पेशेंट बाहर लैके गए सीगे इत्थों इंडिया तो ही तो जो उन्होंने अपना यूज़ किया इनू प्रोडक्ट नू यूज़ किया तो उन्होंने जो कॉल की कहते डॉक्टर साहब तुसी ते मेरी जिंदगी च चमन प्रकाश करता है। कनेडा जाने का बड़ा क्रेज़ है, उत्थों मैनू फोन लोग करते भी ने, कहते भी ने कि सानू जी उत्थे पंजाब दे विच ते प्रॉब्लम है नहीं सी, पर सानू कैनेडा अमेरिका आस्ट्रेलिया न्यूजीलैंड जाके इदां दी बीमारियां किहड़ियां उन्हां दा की कारण हुंदा है कि इत्थों ठीक ठाक जांदा है उत्थे जाके कोई ना कोई बीमारी लगा लैंदा है। जिहड़ा इस टाइम जिहड़ा नुस्खा बहुत वधिया जा रहा है होगा साडा चमन प्रकाश। किहड़ा जी? चमन प्रकाश। मैं चमन प्रकाश दा सुनिया सी, तुसी इह की चमन प्रकाश की है जी? औषधि है कि जिहड़े राजे महाराजे अपने समय ते 10-10 राणियां रखदे सी, तद भी शरीरिक कोई थकावट ही नहीं हैगी, कोई टेंशन ही नहीं सी होंदी। ये औषधि हैगी है। मस्तकी है, मलांडो है, शिलाजीत है, केसर है, तार मखाना आदि आदि ਇਹਦੇ ਵਿੱਚ 40-50 ਦੇ ਗਿਣਤੀ ਦੇ ਵਿੱਚ ਕੰਟੈਂਟਸ ਪੈਂਦੇ ਨੇ ਜਿਹੜੇ ਇਸ ਇਲਾਵਾ ਬੜੀਆਂ ਰੋਗਾਂ ਦੇ ਵਿੱਚ ਕੰਮ ਆਉਂਦਾ ਹੈ, ਜਿਸ ਤਰ੍ਹਾਂ ਆਪਣਾ ਭੁੱਖ ਨਾ ਲੱਗਣਾ, ਸਿਹਤ ਨਾ ਬਣਨਾ, ਹਾਂਜੀ ਮਰਦਾਨਾ ਕਮਜ਼ੋਰੀ, ਕਿਸੇ ਨੂੰ ਸਪਨ ਦੋਸ਼ ਜਾਂ ਤਾਂਤ ਵਗੈਰਾ ਵੀ ਹੁੰਦੀ ਹੈ ਤਾਂ ਉਹ ਵੀ ਸਭ ਠੀਕ ਕਰਦਾ ਹੈਗਾ। ਖਾਸ ਕਰ ਜਿਨ੍ਹਾਂ ਦੀ ਸਿਹਤ ਨਹੀਂ ਬਣਦੀ, ਖਾਣਾ ਪੀਣਾ ਨਹੀਂ ਲੱਗਦਾ ਹੈਗਾ, ਜਾਂ ਉਹਨਾਂ ਨੂੰ ਸਰੀਰਕ ਕਮਜ਼ੋਰੀ, ਅੰਦਰੂਨੀ ਕਮਜ਼ੋਰੀ ਕਿਸੇ ਨੂੰ ਵੀ ਹੁੰਦੀ ਹੈ, ਸਭ ਠੀਕ ਕਰਦੀ ਹੈਗੀ। ਤੁਸੀਂ ਸਾਡੇ ਘਰ ਆਇਓ, ਮੂੰਹ ਮਿੱਠਾ ਕਰੋ, ज़्यादा मिठा नहीं होंगे। और यह शुगर फ्री पेशेंट जिहड़ा शुगर है, यह शुगर फ्री है, डायबिटीज़ वाले पेशेंट भी इनू खा सकते हैं, इसका सेवन कर सकते हैं। बड़ा लज्जत जी वाला टेस्ट है जी। देखो ये बहुत कुछ पिया है, जिस तरह डॉक्टर साहब ने दसिया ब्रेन के हारमोन्स भी ठीक रखने हैं, ठीक है, हाजमा भी ठीक रखना है। और यदि होर स्पैशलिस्ट ही हैगी है कि इन्हें आर्टरी वेन्स जी आर्टरी वेन्स ब्लड ते ब्लड फ्लो लैके जाती है सारा, ठीक है। देखो मैनू डकार आ गया खांदे ही। बिल्कुल जी, इन्हें सारा ब्लड का सर्कुलेशन प्योरीफाई करना है और बिल्कुल तुहाडे हाजमे वास्ते भी ठीक है, लीवर वास्ते भी ठीक है, नो किडनी साइड इफेक्ट, कोई साइड इफेक्ट नहीं है, बिल्कुल सेफ है। और जिहड़ा मर्जी इनू पेशेंट खा सकता है, पेशेंट है चाहे वो नॉर्मल है। ये कह रहे हो कि जिस घर दे विच ये चमन प्रकाश हो जाएगा तो जिहड़े उन्हां दे बच्चे ने, जवाक ने, वो टाल मटोल नहीं करनगे, शादी तो भज्जणगे नहीं। सलाम, नमस्ते, सत श्री अकाल। हकीकत टीवी पंजाबी देख रहे साढ़े सारे दर्शकों का स्वागत। मैं हाँ कासिफ फारूकी। हमेशा ही तुहाडे लई जिहड़ा इनफॉर्मेशनल वीडियोज़ असीं बनाउने आ, वख-वख मुद्दਿਆਂ ਦੇ ਉੱਤੇ ਅਸੀਂ ਜਿਹੜੀ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਦੇ ਹਾਂ। ਕੋਸ਼ਿਸ਼ਾਂ ਸਾਡੀਆਂ ਹੀ ਹੁੰਦੀਆਂ ਨੇ ਕਿ ਤੁਹਾਨੂੰ ਕੁਦਰਤ ਨਾਲ ਜੋੜ ਕੇ ਐਲੋਪੈਥੀ ਵਾਲੇ ਪਾਸੇ ਤੋਂ ਤੁਹਾਡਾ ਜਿਹੜਾ ਛੁਟਕਾਰਾ ਕਰਵਾਈਏ ਤੇ ਜਿਹੜਾ ਸਾਡਾ ਜ਼ਿੰਦਗੀ ਹੈਗੀ ਆ ਉਸ ਦੇ ਵਿੱਚ ਅਸੀਂ ਹੋਰ ਭਰਪੂਰ ਆਨੰਦ ਹੈ ਜਿਹੜਾ ਉਹਨੂੰ ਸ਼ਾਮਿਲ ਕਰ ਸਕੀਏ। ਅਸੀਂ ਬੈਠੇ ਸੀ ਅੰਮ੍ਰਿਤਸਰ ਦੇ ਵਿੱਚ, ਜਿੱਥੇ ਮੇਰੇ ਸੱਜੇ ਪਾਸੇ ਚੇਲਾ ਤੇ ਖੱਬੇ ਪਾਸੇ ਡਾਕਟਰ ਸੁਰਿੰਦਰ ਜੀ ਜਿਹੜੇ ਉਹ ਸਾਡੇ ਨਾਲ ਨੇ। ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਤਾਂ ਉਹਦੇ ਵਿੱਚ ਇੱਕ ਬੜਾ ਵਧੀਆ ਟੌਪਿਕ ਨਿਕਲਿਆ, ਕਿਉਂਕਿ ਡਾਕਟਰ ਸੁਰਿੰਦਰ ਜੀ ਨੂੰ ਜਿਹੜਾ ਜ਼ਿੰਦਗੀ ਦੇ ਡਾਕਟਰਾਂ ਦਾ ਜਿਹੜਾ ਅਸੀਂ ਤਜਰਬਾ ਹੈਗਾ ਉਹ 50-55 ਸਾਲ ਤੋਂ ਉੱਪਰ ਦਾ। ਅਜਿਹੇ ਦੇ ਵਿੱਚ ਜਦੋਂ ਮੈਨੂੰ ਉਹਨਾਂ ਨਾਲ ਗੱਲ ਕੀਤੀ ਕਿ ਇਸ ਵੇਲੇ ਜਿਹੜੀਆਂ ਵਿਆਹ ਦੀਆਂ ਉਮਰਾਂ ਵਧਣ ਦਾ ਕੀ ਕਾਰਨ ਹੈ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਉਹਦੇ ਕਰਕੇ ਆਉਂਦੀਆਂ ਨੇ, ਤਾਂ ਉਹਨਾਂ ਨੇ ਜੋ ਖੁਲਾਸੇ ਕੀਤੇ ਉਹ ਬਹੁਤ ਹੈਰਾਨ ਕਰ ਦੇਣ ਵਾਲੇ ਸੀ। ਅਸੀਂ ਗੱਲਬਾਤ ਕਰ ਲੈਂਦੇ ਹਾਂ। ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਸੁਰਿੰਦਰ ਜੀ ਦਾ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ, ਆਦਾਬ। ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਸੀ, ਤੁਸੀਂ ਕਹਿ ਰਹੇ ਹੋ ਕਿ ਜੇਕਰ ਵਿਆਹ ਦੀ ਸਹੀ ਉਮਰ ਤੇ ਵਿਆਹ ਨਾ ਹੋਵੇ ਤੇ ਫਿਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਖੜੀਆਂ ਹੋ ਜਾਂਦੀਆਂ ਨੇ। ਪਹਿਲਾਂ ਤਾਂ ਇਹ ਦੱਸੋ ਵੀ ਜਦੋਂ ਤੁਹਾਡਾ ਟਾਈਮ ਸੀ, ਜਦੋਂ ਸਟੂਡੈਂਟ ਲਾਈਫ ਸੀ ਤੁਹਾਡੀ, ਜਾਂ ਜਦੋਂ ਤੁਹਾਡਾ ਵਿਆਹ ਹੋਇਆ, ਜਾਂ ਫਿਰ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਸੀ, ਉਸ ਵੇਲੇ ਕਿਹੜੇ ਉਮਰ ਦੇ ਵਿੱਚ, ਕਿਸ ਏਜ ਦੇ ਵਿੱਚ ਵਿਆਹ ਦਾ ਰਿਵਾਜ਼ ਹੁੰਦਾ ਸੀ? ਉਸ ਉਮਰ ਵਿੱਚ
ਜਿਹੜਾ ਸੀ 18 20 ਵੱਧ ਤੋਂ ਵੱਧ 22 23 ਸਾਲ ਦੇ ਵਿੱਚ ਵਿਆਹ ਹੋ ਜਾਂਦਾ ਸੀਗਾ। ਕਿਉਂਕਿ ਘਰਦਿਆਂ ਨੂੰ ਇਹ ਹੁੰਦਾ ਸੀ ਵੀ ਜਦੋਂ ਅਸੀਂ ਬੱਚਾ ਸਾਡੇ ਵਿਆਹ ਲਾਇਕ ਹੋ ਗਿਆ, ਅਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਵੀ ਮੁਕਤ ਹੋ ਜਾਈਏ ਔਰ ਸਾਡਾ ਜਿਹੜਾ ਬੱਚਾ ਵੀ ਕਿਸੇ ਹੋਰ ਮਾੜੇ ਪਾਸੇ ਨਾ ਜਾਵੇ। ਦੂਸਰੀ ਗੱਲ ਹੈ, ਜਦੋਂ ਉਹ ਫ੍ਰੀ ਹੋ ਜਾਂਦਾ ਸੀਗਾ, ਕੰਮਕਾਰ 'ਚ ਲੱਗ ਜਾਂਦਾ ਸੀ, ਉਹਦਾ ਵਿਆਹ ਘਰਦਿਆਂ ਨੂੰ ਫਿਕਰ ਪੈ ਜਾਂਦਾ ਵੀ ਵਿਆਹ ਕਰ ਦਈਏ ਤਾਂ ਕਿ ਉਹ ਆਪਣੀ ਇਹ ਆਉਣ ਵਾਲੀ ਜ਼ਿੰਦਗੀ 'ਚ ਖੁਸ਼ਹਾਲ ਹੋਵੇ ਔਰ ਆਪਣੀ ਜਿਹੜੇ ਬੱਚੇ ਨੇ ਉਹ ਕਮ ਸੇ ਕਮ ਟਾਈਮ ਸਿਰ ਪਾਲ ਸਕੇ ਅਤੇ ਉਹ ਟਾਈਮ ਸਿਰ ਕੰਮ 'ਤੇ ਲੱਗ ਸਕਣ ਅਤੇ ਕਾਰੋਬਾਰ ਕਰ ਸਕਣ। ਇਸ ਕਰਕੇ ਛੋਟੀ ਉਮਰ 'ਚ ਵਿਆਹ ਪਹਿਲੇ ਕਰ ਦਿੰਦੇ ਸੀਗੇ। ਇਸ ਦੂਸਰੀ ਵੀ ਇਹ ਵੀ ਗੱਲ ਸੀਗੀ ਤਾਂ ਕਿ ਜਿਹੜੇ ਨਿਆਣੇ ਹੈ ਉਹ ਦੂਸਰੇ ਪਾਸੇ ਨਾ ਭੈੜੇ ਕੰਮਾਂ ਵਿੱਚ ਨਾ ਜਾਣ। ਭੈੜੇ ਕੰਮ ਕਿਵੇਂ ਜੀ? ਭੈੜੇ ਕੰਮ ਜਿਸ ਤਰ੍ਹਾਂ ਹੈ ਜੀ ਜਿੱਦਾਂ ਲੋਕੀ ਜਿਹੜੇ ਕੋਈ ਕੰਮ ਨਸ਼ੇ ਵਾਲੇ ਪਾਸੇ ਜਾਂ ਉਹਨਾਂ ਨੂੰ ਆਪਣੀਆਂ ਗਲਤੀਆਂ ਜਿਹੜੀਆਂ ਉਹ ਜ਼ਿੰਦਗੀ ਵਿੱਚ ਕਰਦੇ ਨੇ, ਹੱਸ ਮੈਸਨ ਵਗੈਰਾ ਜਾਂ ਨਾਈਟ ਫਲ ਵਗੈਰਾ ਹੋ ਜਾਂਦਾ ਸੀਗਾ ਅਤੇ ਉਹ ਨਾ ਹੋਣ। ਬਾਕੀ ਟਾਈਮ ਸਿਰ ਉਹਨਾਂ ਦੀ ਸ਼ਾਦੀ ਇਸ ਕਰਕੇ ਕਰਦੇ ਸੀਗੇ ਵੀ ਉਹ ਆਪਣੇ ਘਰ ਦੇ ਵਿੱਚ ਹੀ ਰੁੱਝੇ ਰਹਿਣ, ਬਾਹਰ ਪਾਸੇ ਨਾ ਜਾਣ, ਦੂਜੇ ਪਾਸੇ ਧਿਆਨ ਨਾ ਜਾਵੇ। ਸਾਡੇ ਨਾਲ ਸਾਹਿਲ ਸਾਹਿਬ ਵੀ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ। ਸਾਹਿਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਅੱਜ ਬੜਾ ਇੰਟਰਸਟਿੰਗ ਟੌਪਿਕ ਹੈ ਜਿਹੜਾ ਜਿਸ 'ਤੇ ਗੱਲਬਾਤ ਕਰਨ ਦਾ ਮੌਕਾ ਹੈ ਆਪਣਾ। ਬਿਲਕੁਲ, ਨਮਸਕਾਰ, ਸਤਿ ਸ਼੍ਰੀ ਅਕਾਲ ਜੀ ਔਰ ਆਦਾਬ। ਔਰ ਤੁਸੀਂ ਅੱਜ ਜਿਹੜਾ ਟੌਪਿਕ ਲੈ ਕੇ ਆਏ ਹੋ ਕਿ ਯੰਗ ਉਮਰ 'ਚ ਸ਼ਾਦੀ ਹੋਣੀ ਔਰ ਬਾਅਦ ਵਿੱਚ ਹੋਣੀ ਕੀ ਫ਼ਰਕ ਹੈ। ਦੇਖੋ, ਨੰਬਰ ਪਹਿਲੇ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਨੇ ਉਹਦੇ ਇੱਕ ਬਹੁਤ ਜ਼ਿਆਦਾ, ਚਾਹੇ ਵੀਡੀਓ ਵੇਖ ਰਹੇ ਨੇ ਮੇਰੇ, ਉਹ ਵੀਡੀਓ ਦੇਖ ਕੇ ਆਪਣੇ ਆਪ ਨੂੰ ਇਹ ਵੀ ਕਹਿਣਗੇ ਗੱਲ ਸਹੀ ਹੈ। ਉਹ ਬਹਾਨੇ ਲਾ ਰਹੇ ਨੇ ਕਿ ਸ਼ਾਦੀ ਤੋਂ ਭੱਜਦੇ ਨੇ। ਹੁਣ ਉਹਦਾ ਕਾਰਨ ਰੀਜ਼ਨ ਨਹੀਂ ਭੱਜਦੇ ਕਿਉਂ ਨੇ ਜੀ? ਭੱਜਦੇ ਇਸ ਕਾਰਨ ਹੈ, ਸੈਟਿੰਗ ਦੀ ਹੁੰਦੀ ਹੈ ਕਿ ਕਈ ਵਾਰ ਮੈਨੂੰ ਲੱਗਦਾ ਹੈ ਕਿ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਜ਼ਿੰਦਗੀ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਨੇ, ਇਸ ਕਰਕੇ ਕਈ ਵਾਰ ਡਿਲੇ ਹੋ ਜਾਂਦਾ ਜੀ। ਫਰੂਕੀ ਸਾਹਿਬ ਬਿਲਕੁਲ ਠੀਕ ਹੈ। ਜੋ ਇਕਨੋਮਿਕਲ ਪੋਜੀਸ਼ਨ ਨੇ ਅੱਜ ਕੱਲ੍ਹ ਘਰਾਂ ਦੀਆਂ, ਹਰ ਕੋਈ ਕਹਿੰਦਾ ਮੈਂ ਅਬਰੋਡ 'ਚ ਸੈੱਟ ਹੋਵਾਂ, ਬਾਹਰ ਜਾਵਾਂ। ਪਰ ਇੱਕ ਕਾਰਨ ਹੋਰ ਵੀ ਹੈ ਕਿ ਨੌਜਵਾਨਾਂ 'ਚ ਇੰਨੀ ਕੁ ਮਰਦਾਨਾ ਕਮਜ਼ੋਰੀ ਦੀ ਵੀਕਨੈਸ ਹੋ ਚੁੱਕੀ ਹੈ, ਇੰਨੀ ਕੁ ਕਮਜ਼ੋਰੀ ਆ ਚੁੱਕੀ ਹੈ ਕਿ ਉਹ ਜਗ੍ਹਾ ਜਗ੍ਹਾ ਘਰ ਘਰ ਆਪਣੇ ਮੋਮ ਨੂੰ, ਡੈਡ ਨੂੰ, ਆਪਣੀ ਫੈਮਿਲੀ 'ਚ 36 ਤਰ੍ਹਾਂ ਦੇ ਬਹਾਨੇ ਲਗਾ ਰਹੇ ਨੇ। ਪੇਸ਼ੈਂਟ ਆਉਂਦੇ ਨੇ ਕਿ ਡਾਕਟਰ ਸਾਹਿਬ ਮੈਂ ਤਾਂ ਵਿਆਹ ਹੀ ਨਹੀਂ ਕਰਾ ਰਿਹਾ ਇਸੇ ਕਾਰਨ, ਮੇਰੀ ਉਮਰ ਹੋ ਰਹੀ ਹੈ, ਮੈਨੂੰ ਘਰ ਦੇ ਤਾਨੇ ਮਾਰਦੇ। ਕਦੀ ਉਹ ਨਿਊਜ਼ੀਲੈਂਡ ਦੀ ਫਾਈਲ ਲਗਾ ਲੈਂਦੇ ਨੇ, ਕਦੀ ਅਮਰੀਕਾ ਦੀ ਫਾਈਲ ਲਗਾ ਲੈਂਦੇ ਨੇ। ਠੀਕ ਹੈ, ਬਾਹਰ ਜਾਣ ਦਾ ਕਰੇਜ਼ ਹੈਗਾ ਪਰ ਉਹ ਭੱਜਦੇ ਪਏ ਨੇ ਵਿਆਹ ਤੋਂ। ਇੱਕ ਹੋਰ ਗੱਲ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਬਹਾਨੇਬਾਜ਼ੀ ਔਰ ਸਰੀਰਕ ਕਮਜ਼ੋਰੀਆਂ ਨੇ, ਉਸ ਕਰਕੇ ਕਈ ਵਾਰ ਇਹ ਚੀਜ਼ਾਂ ਹੋ ਜਾਂਦੀਆਂ ਨੇ। ਡਾਕਟਰ ਸਾਹਿਬ, ਤੁਹਾਡੇ ਵੇਲੇ ਵੀ ਇਦਾਂ ਦੀਆਂ ਬਿਮਾਰੀਆਂ ਹੁੰਦੀਆਂ ਸੀ? ਜਿਹੜੀ ਬਿਮਾਰੀਆਂ ਅੱਜ ਕੱਲ੍ਹ ਕਮਜ਼ੋਰੀ ਹੈ, ਸੁਸਤੀ ਹੈ, ਵਿਆਹ ਤੋਂ ਟਾਲ ਮਟੋਲ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਕਰੀ ਜਾਂਦੇ ਨੇ, ਤੁਹਾਡੇ ਟਾਈਮ ਕੋਈ ਬਿਮਾਰੀਆਂ ਹੁੰਦੀਆਂ ਸੀ ਜਿਹੜੀਆਂ ਇਸ ਵੇਲੇ ਚੱਲ ਰਹੀਆਂ ਨੇ? ਮੈਨੂੰ ਕਈ ਵਾਰ ਐਵੇਂ ਲੱਗਦਾ ਹੁੰਦਾ ਡਾਕਟਰ ਸਾਹਿਬ, ਇਹ ਬਿਮਾਰੀਆਂ ਤਾਂ ਸ਼ੁਰੂ ਤੋਂ ਹੈਗੀਆਂ ਨੇ, ਕੋਈ ਅੱਜ ਨਵੀਆਂ ਨਹੀਂ ਚੱਲੀਆਂ, ਲੇਕਿਨ ਇਹ ਕਿ ਇੰਨੀ ਰੇਅਰ ਹੁੰਦੀਆਂ ਸੀਗੀਆਂ, ਕਿਸੇ ਕਿਸੇ ਨੂੰ ਹੁੰਦੀ ਸੀਗੀ ਕਿਉਂਕਿ ਖਾਣ ਪਾਣ ਅੱਛਾ ਸੀ, ਕੋਈ ਨਸ਼ੇੜੀ ਨਹੀਂ ਸੀਗਾ। ਦੂਸਰਾ ਕੋ ਸਾਦਾ ਭੋਜਨ, ਸਾਦਾ ਰਹਿਣਾ, ਸਾਦਾ ਖਾਣਾ ਔਰ ਖੇਤਾਂ ਵਿੱਚ ਕੰਮ ਕਰਨਾ, ਮਿਹਨਤ ਕਰਦੇ। ਹਾਂਜੀ, ਉਹਨਾਂ ਨੂੰ ਕੋਈ ਇੱਦਾਂ ਦੀ ਤਕਲੀਫ ਨਹੀਂ ਸੀ ਹੁੰਦੀ, ਖਾਣਾ ਠੀਕ ਤਰ੍ਹਾਂ ਪਚਦਾ ਸੀਗਾ, ਸਿਹਤ ਠੀਕ ਤਰ੍ਹਾਂ ਬਣਦੀ ਸੀਗੀ, ਉਹਨਾਂ ਦੇ ਵਿਚਾਰ ਅੱਛੇ ਸੀਗੇ। ਸਾਰਿਆਂ ਨਾਲੋਂ ਵੱਡੀ ਗੱਲ ਹੈ ਵਿਚਾਰ ਅੱਛੇ ਸੀ, ਕਰੈਕਟਰ ਅੱਛਾ ਸੀਗਾ, ਇਸ ਕਰਕੇ ਉਹਨਾਂ ਨੂੰ ਕੋਈ ਇੱਦਾਂ ਦੀ ਤਕਲੀਫ ਨਹੀਂ ਸੀ ਆਉਂਦੀ। ਉਹ ਸਵਸਥ ਰਹਿੰਦੇ ਸੀਗੇ, ਮਨੋਂ ਵੀ ਤੇ ਸਵਸਥ ਅਤੇ ਤਨੋਂ ਵੀ ਸਵਸਥ। ਜੀ ਜੀ। ਅੱਛਾ, ਫਿਰ ਸਾਹਿਲ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਇੱਥੇ ਹੈ। ਬਹੁਤ ਵਾਰ ਕੀ ਹੁੰਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਇਹ ਕਰੇਜ਼ ਹੈਗਾ, ਬਾਹਰ ਜਾਣ ਦਾ ਬੜਾ ਕਰੇਜ਼ ਹੈਗਾ, ਖਾਸ ਕਰਕੇ ਦੁਆਬੇ ਏਰੀਏ ਦੇ ਵਿੱਚ। ਅਸੀਂ ਲਾ ਲਈਏ ਦੁਆਬੇ ਤੋਂ ਮਾਝੇ ਏਰੀਏ ਦੇ ਵਿੱਚ ਅਸੀਂ ਬੈਠੇ ਹਾਂ। ਇੱਥੇ ਜਾ ਕੇ ਜਿਹੜੀਆਂ ਕਿਹੜੀਆਂ ਬਿਮਾਰੀਆਂ ਨੇ, ਕੋਈ ਕੈਨੇਡਾ ਜਾਣ ਦਾ ਬੜਾ ਕਰੇਜ਼ ਆ, ਉੱਥੋਂ ਮੈਨੂੰ ਫੋਨ ਲੋਕ ਕਰਦੇ ਵੀ ਨੇ, ਕਹਿੰਦੇ ਵੀ ਨੇ ਕਿ ਸਾਨੂੰ ਜੀ ਉੱਥੇ ਪੰਜਾਬ ਦੇ ਵਿੱਚ ਤਾਂ ਪ੍ਰੋਬਲਮ ਹੈ ਨਹੀਂ ਸੀ, ਪਰ ਸਾਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾ ਕੇ ਇੱਦਾਂ ਦੀਆਂ ਬਿਮਾਰੀਆਂ ਹੈਗੀਆਂ। ਕਿਹੜੀਆਂ, ਉਹਨਾਂ ਦਾ ਕੀ ਕਾਰਨ ਹੁੰਦਾ ਹੈ ਕਿ ਇੱਥੋਂ ਠੀਕ ਠਾਕ ਜਾਂਦਾ, ਉੱਥੇ ਜਾ ਕੇ ਕੋਈ ਨਾ ਕੋਈ ਬਿਮਾਰੀ ਲਗਾ ਲੈਂਦਾ? ਉਹਨਾਂ ਦੀ ਜਿਹੜੀ ਉੱਥੇ ਕੰਮ ਕਰਨ ਦੀ ਡਿਊਟੀ ਹੈ ਨਾ, ਇੱਕ ਤਾਂ ਉਹ ਕੰਮ ਹਾਰਡ ਵਰਕ ਕਰਦੇ ਨੇ। ਇੱਕ ਜਿਹੜੇ ਸਾਡੇ ਵੀਰ ਟਰੱਕ ਡਰਾਈਵਰ ਨੇ, ਉਹ ਲੰਬੇ ਟੂਰ 'ਤੇ ਜਦੋਂ ਜਾਂਦੇ ਨੇ 7-7 ਦਿਨ 8-8 ਦਿਨ ਘਰ ਵਾਪਸ ਨਹੀਂ ਆਉਂਦੇ। ਇੱਕ ਘਰ ਵਾਪਸ ਫਿਰ ਹੋਈ, ਥੋੜ੍ਹਾ ਬਹਾਨਾ ਵੀ ਹੁੰਦਾ, ਕਮਜ਼ੋਰੀ ਇੰਨੀ ਹੈ ਕਿ ਘਰ ਜਾ ਕੇ ਕੀ ਮੂੰਹ ਦਿਖਾਵਾਂਗੇ। ਠੀਕ ਹੈ, ਇਸੇ ਕਰਕੇ ਉੱਥੇ ਜਿਹੜੀ ਲਾਈਫ ਸਟਾਈਲ ਹੈਗਾ ਵੈ, ਇੱਥੋਂ ਦਾ ਲਾਈਫ ਸਟਾਈਲ ਉਹਨਾਂ ਨੂੰ ਅਲੱਗ ਹੈ। ਉਹ ਘਰ ਦੀ ਖਾਣਾ ਜਿਹੜਾ ਹੈਗਾ ਉਹਨਾਂ ਨੂੰ ਨਹੀਂ ਮਿਲ ਰਿਹਾ, ਬਾਹਰ ਦੇ ਜੰਕ ਫੂਡ ਜ਼ਿਆਦਾ ਖਾ ਰਹੇ ਨੇ। ਠੀਕ ਹੈ, ਇਸੇ ਕਰਕੇ ਉਹਨਾਂ 'ਚ ਇੰਪੋਟੈਂਸੀ ਦੀ ਸ਼ਿਕਾਇਤ, ਈਡੀ ਦੀ, ਰੈਕਟਾਈਲ ਡਿਸਫੰਕਸ਼ਨ ਦੀ ਸ਼ਿਕਾਇਤ ਜ਼ਿਆਦਾ ਦਿਨੋਂ ਬ ਦਿਨ ਵੱਧ ਰਹੀ ਹੈ। ਔਰ ਜਿਹੜੇ ਵੀ ਮੇਰੇ ਵੀਰ ਭਰਾ ਤੁਹਾਡੇ ਸਾਹਮਣੇ ਜਦੋਂ ਤੁਸੀਂ ਆਏ ਹੋ, ਮੇਰੇ ਕੋਲ ਬਾਹਰ ਹੀ ਕਾਲ ਆਈ ਸੀਗੀ। ਠੀਕ ਹੈ, ਬਾਹਰੋਂ ਕਾਲ ਆਈ ਸੀਗੀ ਅਤੇ ਉਹ ਮੈਨੂੰ ਕਾਲ ਕਰਦੇ ਨੇ, ਜਿਹੜੇ ਵੀ ਇੱਕ ਵਾਰ ਮੈਡੀਸਿਨ ਸਾਡੇ ਕੋਲ ਇੱਥੋਂ ਲੈ ਜਾਂਦੇ ਨੇ ਡਾਕਟਰ ਸਾਹਿਬ ਕੋਲ, ਜਿਹੜੇ ਵੀ,
ਉਹ ਇੰਨਾ ਐਪਰੀਸ਼ੀਏਟ ਕਰਦੇ ਨੇ, ਮਾਊਥ ਟੂ ਮਾਊਥ ਪ੍ਰੇਜ਼ ਕਰਦੇ ਨੇ ਕਿ ਅਸੀਂ ਕਾਫੀ ਜਾਣੇ ਤੋਂ ਦਵਾਈ ਖਾ ਲਈ ਹੈ, ਬਹੁਤ ਜਾਣੇ ਉਹ ਅਸੀਂ ਚੀਜ਼ਾਂ ਖਾ ਕਿਸ ਚੀਜ਼ ਦਾ ਨੁਸਖਾ ਹੈਗਾ ਤੁਹਾਡੇ ਕੋਲ ਜਿਹੜੇ ਬਾਹਰ ਤੁਸੀਂ ਭੇਜਦੇ ਹੋ ਜ਼ਿਆਦਾਤਰ? ਦੇਖੋ ਜੀ, ਹੁਣ ਮੌਸਮ ਹੈਗਾ ਸਰਦੀਆਂ ਦਾ, ਠੀਕ ਹੈ, ਕੈਨੇਡਾ ਵੀ ਹੈ, ਇੰਗਲੈਂਡ ਵੀ ਹੈ, ਬਾਕੀ ਹਰ ਕੰਟਰੀ 'ਚ ਇਸ ਲਈ ਮੌਸਮ ਜਿਹੜਾ ਵੈਦਰ ਹੈ ਵਿੰਟਰ ਦਾ ਹੀ ਹੈ, ਠੀਕ ਹੈ। ਔਰ ਜਿਹੜਾ ਇਸ ਟਾਈਮ ਜਿਹੜਾ ਨੁਸਖਾ ਬਹੁਤ ਵਧੀਆ ਜਾ ਰਿਹਾ ਹੋਗਾ ਸਾਡਾ ਚਮਨ ਪ੍ਰਕਾਸ਼। ਕਿਹੜਾ ਜੀ? ਚਮਨ ਪ੍ਰਕਾਸ਼। ਮੈਂ ਚਮਨ ਪ੍ਰਕਾਸ਼ ਤਾਂ ਸੁਣਿਆ ਸੀ, ਤੁਸੀਂ ਇਹ ਕੀ ਚਮਨ ਪ੍ਰਕਾਸ਼ ਕੀ ਹੈ ਜੀ? ਉਹ ਪ੍ਰਕਾਸ਼ ਕਿਸ ਤਰ੍ਹਾਂ ਹੋਇਆ ਕਿ 2 ਸਾਲ ਪਹਿਲੇ ਬਾਹਰ ਅਸੀਂ ਇਹ ਕਾਫੀ ਸਾਲ ਤੋਂ ਅਸੀਂ ਬਣਾ ਰਹੇ ਹਾਂ, ਅਤੇ 2 ਸਾਲ ਪਹਿਲੇ ਆਪਣਾ ਪੇਸ਼ੈਂਟ ਬਾਹਰ ਲੈ ਕੇ ਗਏ ਸੀਗੇ ਇੱਥੋਂ ਇੰਡੀਆ ਤੋਂ ਹੀ, ਅਤੇ ਜਦੋਂ ਉਹਨਾਂ ਨੇ ਆਪਣਾ ਯੂਜ਼ ਕੀਤਾ ਇਹਨੂੰ, ਇਹ ਪ੍ਰੋਡਕਟ ਨੂੰ ਯੂਜ਼ ਕੀਤਾ, ਅਤੇ ਉਹਨਾਂ ਨੇ ਜਦੋਂ ਕਾਲ ਕੀਤੀ ਕਹਿੰਦੇ ਡਾਕਟਰ ਸਾਹਿਬ ਤੁਸੀਂ ਤਾਂ ਮੇਰੀ ਜ਼ਿੰਦਗੀ 'ਚ ਚਮਨ ਪ੍ਰਕਾਸ਼ ਕਰਤਾ। ਮੈਂ ਕਿਹਾ ਜੀ ਪ੍ਰਕਾਸ਼, ਮੈਂ ਥੋੜ੍ਹਾ ਜਿਹਾ ਮਿਊਜ਼ ਜਿਹਾ ਹੋ ਗਿਆ, ਮੈਂ ਕਿਹਾ ਪਤਾ ਨਹੀਂ ਸ਼ਾਇਦ ਫਾਇਦਾ ਹੋਇਆ ਕਿ ਨਹੀਂ ਹੋਇਆ। ਕਹਿੰਦੇ ਜੀ ਮੇਰੀ ਜ਼ਿੰਦਗੀ ਪ੍ਰਕਾਸ਼ ਹੋ ਗਈ ਹੈ, ਮੈਂ ਤਾਂ ਆਪਣੇ ਜੀਵਨ ਸਾਥੀ ਦੇ ਨਾਲ ਸੌਂਦੇ ਹੋਏ ਵੀ ਡਰਦਾ ਸੀਗਾ ਕਿ ਮੈਨੂੰ ਤਾਨਾ ਸੁਣਨਾ ਪਏਗਾ, ਮੀਨਾ ਪਏਗਾ, ਪਰ ਉਹਨਾਂ ਨੇ ਜਦੋਂ ਮੈਨੂੰ ਦੱਸਿਆ, ਕਹਿੰਦੇ ਡਾਕਟਰ ਸਾਹਿਬ ਮੇਰੇ ਨਾਲ ਸਵੇਰੇ ਵਾਕ 'ਤੇ ਵੀ ਜਾਂਦੇ ਨੇ, ਮੇਰੇ ਟਰੱਕ ਡਰਾਈਵਰ ਭਰਾ ਵੀ ਨੇ, ਉਹਨਾਂ ਨੇ ਮੇਰੇ ਕੋਲ 10-12 ਇਕੱਠੇ ਡੱਬੇ ਮੰਗਵਾਏ, ਅਤੇ ਜਿੰਨਾ ਕਿ ਇੰਨਾ ਕੁ ਮਾਊਥ ਟੂ ਮਾਊਥ ਇਹਦੀ ਪ੍ਰੇਜ਼ ਹੋ ਰਹੀ ਹੈ, ਔਰ ਬਹੁਤ ਜ਼ਿਆਦਾ ਇਹਦੀ ਆਪਣਾ ਕੁਆਂਟੀਟੀ ਦੇ ਹਿਸਾਬ ਨਾਲ ਸਾਡਾ ਬਾਹਰ ਜਾ ਰਿਹਾ ਵਾ। ਅੱਛਾ ਡਾਕਟਰ ਸਾਹਿਬ, ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਚਮਨ ਪ੍ਰਕਾਸ਼ ਵਾਲਾ ਕਨਸੈਪਟ ਹੈਗਾ, ਇਹ ਕੀ ਕਨਸੈਪਟ ਹੈ, ਇਹਦੀ ਥੋੜ੍ਹੀ ਜਿਹੀ ਹਿਸਟਰੀ ਕੀ ਹੈ? ਤੁਹਾਡਾ ਤਾਂ ਚਮਨ ਪ੍ਰਕਾਸ਼ ਹੋ ਗਿਆ, ਹੁਣ ਜਿਹੜੇ ਚਮਨ ਪ੍ਰਕਾਸ਼ ਵਾਲਾ ਮਸਲਾ ਹੈ ਇਹ ਕਿਉਂ ਜ਼ਰੂਰੀ ਹੈ ਜੀ? ਦੇਖੋ ਜੀ, ਚਮਨ ਜਿਹੜਾ ਪ੍ਰਾਸ਼ ਹੈਗਾ ਵੇ, ਇਹ ਸਦੀਆਂ ਤੋਂ ਬੰਦਾ ਆ ਰਿਹਾ, ਰਿਸ਼ੀ ਮੁਨੀਆਂ ਦੇ ਗਾਈਡੈਂਸ ਦੇ ਵਿੱਚ ਉਹਨਾਂ ਨੇ ਜੋ ਵੀ ਜੇ ਜੜੀ ਬੂਟੀਆਂ ਪਾਉਂਦੇ ਨੇ ਕਈ ਤਰ੍ਹਾਂ ਦੀਆਂ, ਜਿਸ ਤਰ੍ਹਾਂ ਰੂਬੀ ਮਸਤਕੀ ਹੈ, ਮਲਾਂਡੋ ਹੈ, ਸ਼ਿਲਾਜੀਤ ਹੈ, ਕੇਸਰ ਹੈ, ਤਾਰ ਮਖਾਨਾ ਆਦਿ ਆਦਿ। ਇਹਦੇ ਵਿੱਚ 40-50 ਦੇ ਗਿਣਤੀ ਦੇ ਵਿੱਚ ਕੰਟੈਂਟਸ ਪੈਂਦੇ ਨੇ ਜਿਹੜੇ ਇਹ ਇਲਾਵਾ ਬੜੀਆਂ ਰੋਗਾਂ ਦੇ ਵਿੱਚ ਕੰਮ ਆਉਂਦਾ ਹੈ, ਜਿਸ ਤਰ੍ਹਾਂ ਆਪਣਾ ਭੁੱਖ ਨਾ ਲੱਗਣਾ, ਸਿਹਤ ਨਾ ਬਣਨਾ, ਹਾਂਜੀ, ਮਰਦਾਨਾ ਕਮਜ਼ੋਰੀ, ਕਿਸੇ ਨੂੰ ਸਪਨ ਦੋਸ਼ ਜਾਂ ਤਾਂਤ ਵਗੈਰਾ ਵੀ ਹੁੰਦੀ ਹੈ ਤਾਂ ਉਹ ਵੀ ਸਭ ਠੀਕ ਕਰਦਾ ਹੈਗਾ। ਖਾਸ ਕਰ ਜਿਨ੍ਹਾਂ ਦੀ ਸਿਹਤ ਨਹੀਂ ਬਣਦੀ, ਖਾਣਾ ਪੀਣਾ ਨਹੀਂ ਲੱਗਦਾ ਹੈਗਾ, ਜਾਂ ਉਹਨਾਂ ਨੂੰ ਸਰੀਰਕ ਕਮਜ਼ੋਰੀ, ਅੰਦਰੂਨੀ ਕਮਜ਼ੋਰੀ ਕਿਸੇ ਨੂੰ ਵੀ ਹੁੰਦੀ ਹੈ, ਸਭ ਠੀਕ ਕਰਦੀ ਹੈਗੀ ਹੈ। ਇਹ ਜਿਹੜਾ ਚਮਨ ਪ੍ਰਾਸ਼ ਹੈ, ਉਹ ਪ੍ਰਾਸ਼ ਨਹੀਂ ਹੈਗਾ, ਉਹਨਾਂ ਦੀ ਜ਼ਿੰਦਗੀ 'ਚ ਪ੍ਰਕਾਸ਼ ਲਿਆ ਦਿੰਦਾ ਵੇ, ਉਹਨਾਂ ਦੀ ਜ਼ਿੰਦਗੀ 'ਚ ਰੋਸ਼ਨੀ ਹੋ ਜਾਂਦੀ ਹੈ, ਬੜੇ ਖੁਸ਼ ਹੁੰਦੇ ਨੇ ਵੀ ਇਹ ਪ੍ਰਾਸ਼ ਨਹੀਂ ਹੈਗਾ, ਇਹ ਤਾਂ ਪ੍ਰਕਾਸ਼ ਹੈ, ਇਹਦਾ ਨਾਂ ਤੁਸੀਂ ਚਮਨ ਪ੍ਰਕਾਸ਼ ਰੱਖੋ। ਅਸੀਂ ਇਸ ਕਰਕੇ ਇਹਦਾ ਨਾਂ ਚਮਨ ਪ੍ਰਕਾਸ਼ ਰੱਖਿਆ। ਜੀ। ਅੱਛਾ, ਤੁਹਾਡੇ ਕੋਲ ਪਿਆ ਥੋੜਾ ਬਹੁਤ? ਬਿਲਕੁਲ ਜੀ, ਬਿਲਕੁਲ ਹੈ ਜੀ, ਇਹ ਦੇਖੋ। ਅੱਛਾ, ਲਓ ਜੀ, ਇਹ ਚਮਨ ਪ੍ਰਕਾਸ਼ ਔਸ਼ਧੀ ਹੈ ਕਿ ਜਿਹੜੇ ਰਾਜੇ ਮਹਾਰਾਜੇ ਆਪਣੇ ਸਮੇਂ ਤੇ 10-10 ਰਾਣੀਆਂ ਰੱਖਦੇ ਸੀ, ਤਦ ਵੀ ਸਰੀਰਕ ਕੋਈ ਥਕਾਵਟ ਹੀ ਨਹੀਂ ਹੈਗੀ, ਕੋਈ ਟੈਨਸ਼ਨ ਹੀ ਨਹੀਂ ਸੀ ਹੁੰਦੀ। ਇਹ ਉਹ ਔਸ਼ਧੀ ਹੈਗੀ ਹੈ, ਇਹ ਤੁਸੀਂ ਵੀ ਥੋੜਾ ਜਿਹਾ ਟੇਸਟ ਕਰੋ ਤੇ ਤੁਹਾਨੂੰ ਵੀ ਪਤਾ ਲੱਗੇਗਾ ਵਾਕਈ ਚੀਜ਼ ਬਣਾਈ ਹੈ। ਜੀ। ਇਹਦੇ ਵਿੱਚ ਇਹ ਹੈ ਕੀ ਇਹਦੇ ਵਿੱਚ ਕੀ ਇਸਤੇਮਾਲ ਕੀਤਾ ਹੈ? ਇਹਦੇ ਵਿੱਚ ਬਹੁਤ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ, 50 ਤੋਂ 55 ਤਰ੍ਹਾਂ ਦੇ ਇੰਗਰੀਡੀਐਂਟਸ ਨੇ। ਕਿੰਨੇ ਜੀ? 50 ਤੋਂ 55। ਠੀਕ ਲਾ ਲਓ। ਕੁਛ ਤੇ ਇੰਗਰੀਡੀਐਂਟਸ ਤੁਹਾਡੇ ਸਾਹਮਣੇ ਪਏ ਨੇ, ਠੀਕ ਹੈ, ਤੇ ਬਾਕੀ ਜਿਹੜੇ ਡਾਕਟਰ ਸਾਹਿਬ ਦੀ ਆਪਣੀ ਔਸ਼ਧੀਆਂ ਜੜੀ ਬੂਟੀਆਂ ਪੀਸ ਕੇ ਆਪ ਬਣਾਉਂਦੇ ਨੇ, ਉਹਦੇ ਨਾਲ ਤਿਆਰ ਕੀਤਾ ਜਾਂਦਾ। ਇਹਦਾ ਆਰਡਰ ਕੋਈ ਮਤਲਬ ਕਿ ਤੁਸੀਂ ਇਨਸਟੈਂਟ ਨਹੀਂ ਤੁਸੀਂ ਹੋ ਸਕਦਾ, ਇਹਦਾ ਆਰਡਰ ਸਾਨੂੰ 3-4 ਮਹੀਨੇ ਪਹਿਲੇ ਹੀ ਆ ਜਾਂਦੇ ਨੇ। 3-4 ਮਹੀਨੇ ਪਹਿਲੇ ਆਰਡਰ ਆ ਜਾਂਦਾ, ਫਿਰ ਸਰਦੀਆਂ 'ਚ ਤਿਆਰ ਕਰੀਦਾ। ਹੁਣ ਕਾਫੀ ਕੁਆਂਟੀਟੀ ਤਿਆਰ ਕੀਤਾ ਹੋਇਆ, ਉਹ ਜਿਹੜੇ ਵੀ ਮੇਰੇ ਵੀਰ ਭਰਾ ਬਾਹਰ ਮੰਗਵਾਉਂਦੇ ਨੇ, ਜਿਹੜੇ ਹੋਰ ਲੈਣਾ ਚਾਹੁੰਦੇ ਨੇ ਤੁਹਾਡੇ ਚੈਨਲ ਦੇ ਥਰੂ, ਉਹ ਲੈ ਸਕਦੇ ਨੇ। ਤੇ ਉਹ ਇਹਦਾ ਬਹੁਤ ਵਧੀਆ ਫਾਇਦਾ ਹੀ ਫਾਇਦਾ ਵਾ, ਇਹਦਾ ਨੁਕਸਾਨ ਕੋਈ ਨਹੀਂ। ਟੇਸਟ ਕਿਹੋ ਜਿਹਾ ਜੀ? ਤੁਸੀਂ ਕਰਕੇ ਦੇਖੋ ਜੀ। ਸੋ ਇਹ ਦੇਖੋ, ਇਹ ਚਮਨ ਪ੍ਰਕਾਸ਼ ਹੈਗਾ। ਕੀ ਹੈ ਜੀ? ਤੁਸੀਂ ਤਾਂ ਸਾਹਿਲ ਸਾਹਿਬ ਕਹਿ ਰਹੇ ਨੇ ਕਿ 55 ਔਸ਼ਧੀਆਂ ਜਿਹੜੀਆਂ ਇਹਦੇ ਵਿੱਚ ਵਰਤੀਆਂ ਗਈਆਂ ਨੇ। ਹਾਂਜੀ, ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਪੁਰਾਤਨ ਕਾਲ ਦਾ ਜਿਹੜਾ ਹੈਗਾ, ਇਹਦੇ ਵਿੱਚ ਹੋਰ ਚੀਜ਼ਾਂ ਵੀ ਅਸੀਂ ਐਡੀਸ਼ਨ ਕੀਤੀਆਂ ਹੋਈਆਂ ਨੇ, ਜਿਸ ਤਰ੍ਹਾਂ ਰੂਮੀ ਮਸਤਕੀ ਹੈ, ਮਲਾਂਡੋ ਹੈ, ਸ਼ਿਲਾਜੀਤ ਹੈ, ਕੇਸਰ ਹੈ, ਔਰ ਅਬਰਕ ਪਸਮ, ਜੀ, ਚਾਂਦੀ ਪਸਮ ਵਗੈਰਾ ਬਹੁਤ ਕੁਛ ਹੈਗਾ, ਜਿਹੜੀ ਬਹੁਤ ਸੇ ਰੋਗਾਂ ਦੇ ਵਿੱਚ ਕੰਮ ਆਉਂਦੀਆਂ ਨੇ, ਜਿੱਦਾਂ ਆਪਣਾ ਮਰਦਾਨਾ ਕਮਜ਼ੋਰੀ, ਅੰਦਰੂਨੀ ਕਮਜ਼ੋਰੀ, ਇਸਤਰੀਆਂ ਦੇ ਕਈ ਤਰ੍ਹਾਂ ਦੇ ਰੋਗ, ਜਿਨ੍ਹਾਂ ਨੂੰ ਜਿਸ ਤਰ੍ਹਾਂ ਲਕੋਰੀਆ ਵਗੈਰਾ ਵੀ ਹੁੰਦਾ, ਸਫੇਦ ਪਾਣੀ ਪੈਂਦਾ, ਜਾਂ ਮੰਥਲੀ ਡਿਸਟਰਬੈਂਸਿਸ ਹੁੰਦੀਆਂ ਨੇ। ਉਸ ਤੋਂ ਬਾਅਦ ਮਰਦਾਨਾ ਕਮਜ਼ੋਰੀ, ਸਿਹਤ ਨਾ ਬਣਨਾ, ਭੁੱਖ ਨਾ ਲੱਗਣਾ, ਖਾਧਾ ਪੀਤਾ ਨਾ ਕਰਨਾ, ਹੋਰ ਵੀ ਅਨੰਤ ਰੋਗ ਹੈਗੇ ਨੇ, ਅਨੰਤ ਬਿਮਾਰੀਆਂ ਨੇ ਜਿਨ੍ਹਾਂ 'ਚ ਇਹ ਕੰਮ ਆਉਂਦਾ। ਇਸ ਕਰਕੇ ਅਸੀਂ ਜਿਹੜੀ ਹੈ ਲੋਕਾਂ ਨੂੰ ਇਹੋ ਹੀ ਐਡਵਾਈਸ ਕਰਦਾ ਵੀ ਸਰਦੀਆਂ ਜਿਹੜਾ ਇਹ ਚੀਜ਼ ਖਾਓ ਅਤੇ ਆਪਣੀ ਸਿਹਤ ਨੂੰ ਬਣਾਓ। ਜੀ। ਅੱਛਾ ਸਾਹਿਲ ਸਾਹਿਬ, ਇਹ ਹੈ ਕਿਵੇਂ ਯੂਜ਼ ਕਿਵੇਂ ਕਰਦਾ ਹੈ? ਅਗਰ ਜਿਹੜੇ ਤੁਹਾਡੇ ਕੋਲ ਲੈ ਕੇ ਜਾਂਦੇ ਨੇ, 1-2 ਬੰਦੇ ਹੋਰ ਵੀ ਮੈਂ ਦੇਖੇ ਨੇ, ਖਾਸ ਕਰਕੇ ਇਸ ਦੀ ਬੜੀ ਡਿਮਾਂਡ, 2-3 ਮੇਰੇ ਬੈਠੇ ਵੀ ਇੱਥੇ ਆ ਕੇ ਚਲੇ ਗਏ। ਇਹ
ਖਾਣਾ ਕਿੰਨੀ ਕੁ ਕੁਆਂਟੀਟੀ 'ਚ ਨੇ? ਇਹ ਤੇ ਹੈਗਾ ਹੀ ਕਿਸੇ ਪੇਸ਼ੈਂਟ ਦਾ ਹੈ, ਇਹ ਤੇ ਸ਼ਾਮ ਨੂੰ ਆਣਾ ਹੈ, ਉਹਨਾਂ ਪੇਸ਼ੈਂਟ ਦਾ ਕਿਸੇ ਦਾ। ਹਾਂ ਤੇ ਖਵਾਈ ਤਾਂ ਫਿਰ ਸਾਨੂੰ ਜਾਣੇ ਤੁਸੀਂ। ਲੈ ਤੁਸੀਂ ਟੇਸਟ ਕਰੋ, ਫਿਰ ਕੀ ਹੋਇਆ, ਤੁਸੀਂ ਸਾਡੇ ਘਰ ਆਏ ਹੋ, ਮੂੰਹ ਮਿੱਠਾ ਕਰੋ। ਜ਼ਿਆਦਾ ਮਿੱਠਾ ਨਹੀਂ ਹੁੰਦਾ। ਔਰ ਇਹ ਸ਼ੂਗਰ ਫ੍ਰੀ ਪੇਸ਼ੈਂਟ, ਜਿਹੜਾ ਨੂੰ ਸ਼ੂਗਰ ਹੈ, ਇਹ ਸ਼ੂਗਰ ਫ੍ਰੀ ਹੈ। ਡਾਇਬੀਟੀਜ਼ ਵਾਲੇ ਪੇਸ਼ੈਂਟ ਵੀ ਇਹਨੂੰ ਖਾ ਸਕਦੇ ਨੇ, ਇਹਦਾ ਸੇਵਨ ਕਰ ਸਕਦੇ ਨੇ। ਬੜਾ ਲਜ਼ਤ ਜੀ ਵਾਲਾ ਟੇਸਟ ਹੈ ਜੀ ਇਹਦਾ। ਦੇਖੋ ਇਹਦੇ 'ਚ ਬਹੁਤ ਕੁਝ ਪਿਆ ਹੈ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਹੈ। ਇਹ 'ਚ ਯੋਗਿੰਦਰ ਰਸ ਵੀ ਪਿਆ ਹੈ, ਅਬਰਕ ਪਸਮ ਵੀ ਪਈ, ਮਲੰਡੋ ਵੀ ਪਈ, ਸ਼ਿਲਾਜੀਤ ਵੀ ਪਈ ਹੈ, ਇਲਾਚੀਆਂ ਵੀ ਪਈਆਂ ਨੇ। ਠੀਕ ਹੈ, ਸਾਰੇ ਟੇਸਟ ਹੈਗਾ ਹੈ। ਠੀਕ ਹੈ, ਇਸ ਤਰ੍ਹਾਂ ਨਹੀਂ ਗਾ ਕਿ ਇਹਦਾ ਟੇਸਟ ਬਕਬਕਾ ਹੈ, ਬਹੁਤ ਅੱਛਾ ਟੇਸਟ ਹੈ, ਤੁਸੀਂ ਕੀਤਾ ਹੀ ਹੈ। ਠੀਕ ਹੈ ਨਾ। ਔਰ ਬਹੁਤ ਦੇਖੋ ਮੈਂ ਆਪਣੀ ਤਾਰੀਫ ਆਪ ਕਰਾਂ, ਕੋਈ ਫਾਇਦਾ ਨਹੀਂ ਹੈ। ਜਦੋਂ ਲੋਕ ਮਤਲਬ ਜਿਹੜੀਆਂ ਚੀਜ਼ਾਂ ਤੁਸੀਂ ਇਹ ਕਹਿ ਰਹੇ ਹੋ ਕਿ ਜਿਸ ਘਰ ਦੇ ਵਿੱਚ ਇਹ ਚਮਨ ਪ੍ਰਕਾਸ਼ ਹੋ ਜਾਏਗਾ ਤੇ ਜਿਹੜੇ ਉਹਨਾਂ ਦੇ ਬੱਚੇ ਨੇ, ਜਵਾਕ ਨੇ, ਉਹ ਟਾਲ ਮਟੋਲ ਨਹੀਂ ਉਹ ਕਰਨਗੇ, ਸ਼ਾਦੀ ਤੋਂ ਭੱਜਣਗੇ ਨਹੀਂ। ਉਹ ਕਹਿਣਗੇ ਜਿਹੜਾ ਮੈਂ 35 ਜਾਂ ਹੁਣ ਦੇਖੋ ਕੁਝ ਸਮਾਂ ਪਹਿਲਾਂ ਸੀਗਾ ਕਿ ਜਦੋਂ ਮੇਰੇ ਕੋਲ ਸਾਡੇ ਕੋਲ ਪੇਸ਼ੈਂਟ ਆਉਂਦੇ ਸੀ 55 40 40 ਪਲੱਸ 50 55 60। ਹੁਣ ਉਲਟ ਰੇਸ਼ੋ ਹੋ ਗਈ ਹੈ। ਹੁਣ ਮੇਰੇ ਕੋਲ ਪੇਸ਼ੈਂਟ ਜਿਹੜੇ ਸਾਡੇ ਕੋਲ ਹੈ 25 28 30 32 ਇੰਨਾ ਕੁ ਪੇਸ਼ੈਂਟ ਹੈ ਕਿ ਜਿਹੜੇ ਵਿਆਹ ਹੀ ਨਹੀਂ ਕਰਾ ਰਹੇ। ਇਸੇ ਕਾਰਨ ਜਿਹੜੀ ਮੇਨ ਰੀਜ਼ਨ ਹੈਗਾ ਉਹ ਜਿਹੜਾ ਮਰਦਾਨਾ ਕਮਜ਼ੋਰੀ ਦਾ ਹੀ ਹੈ। ਨਹੀਂ ਇਹ ਤਾਂ ਨਹੀਂ ਹੋਊਗਾ ਕਿ ਸਾਨੂੰ ਜਿਹੜੀ ਕਿਸੇ ਤਰ੍ਹਾਂ ਦੀ ਹੋਰ ਕੋਈ ਦਿੱਕਤ ਪਰੇਸ਼ਾਨੀ ਇਹਦੇ ਨਾਲ ਖੜੀ ਨਾ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ। ਠੀਕ ਹੈ, ਇਹ ਹਰ ਕੋਈ ਪੇਸ਼ੈਂਟ ਇਹਨੂੰ ਖਾਸ ਕਰ ਜਿਨ੍ਹਾਂ ਨੇ ਐਂਜੀਓਪਲਾਸਟਿਕ ਕਰਾਈ ਹੈ, ਉਹ ਵੀ ਜਿਹਨਾਂ ਸਟੰਟ ਪਵਾਏ ਨੇ, ਉਹ ਵੀ ਇਹਦਾ ਸੇਵਨ ਕਰ ਸਕਦੇ, ਕੋਈ ਨੁਕਸਾਨ ਨਹੀਂ ਕਰਦਾ। ਕਈ ਇੱਕ ਮੇਰੇ ਪੇਸ਼ੈਂਟ ਆ, ਉਹਨਾਂ ਨੂੰ ਪੈਰਾਲਾਈਜ਼ ਹੋ ਗਿਆ, ਪੈਰਾਲਾਈਸਿਸ ਹੋਇਆ ਸੀਗਾ ਉਹਨਾਂ ਨੂੰ, ਤੇ ਉਹ ਵੀ ਮੇਰੇ ਕੋਲ ਪੇਸ਼ੈਂਟ ਹੈ ਲੈ ਰਹੇ ਨੇ। ਕਹਿੰਦੇ ਮੇਰਾ ਤਾਂ ਸਗੋਂ ਸਰੀਰ 'ਚ, ਮੇਰੀ ਬਾਡੀ 'ਚ ਬਹੁਤ ਮੈਨੂੰ ਵੀਕਨੈਸ ਮੇਰੀ ਦੂਰ ਹੋਈ ਹੈ, ਕਿਉਂਕਿ ਇਹਦੀ ਇਮਿਊਨਿਟੀ ਵੀ ਵਧਾਉਂਦਾ ਹੈ, ਜਨਰਲ ਵੀਕਨੈਸ ਵੀ ਦੂਰ ਕਰਨੀ ਇਹਨੇ। ਇਹ ਨਹੀਂ ਗਾ ਕਿ ਇੰਟਰਨਲ ਹੈ, ਜਨਰਲ ਵੀਕਨੈਸ ਵੀ ਦੂਰ ਕਰਨੀ ਹੈ। ਹਾਂ, ਔਰ ਬੜਾ ਫਾਇਦਾ ਇਹਦਾ। ਅੱਛਾ, ਫਿਰ ਜਿਸ ਕਿਸੇ ਨੇ ਮੰਗਵਾਉਣਾ ਕਰਨਾ ਹੋਵੇ ਇਹਨੂੰ, ਤੇ ਉਹਦਾ ਪ੍ਰੋਸੈਸ ਕੀ ਰਹਿੰਦਾ? ਪੂਰੇ ਡਾਕੂਮੈਂਟਸ ਨਾਲ ਲੱਗਦੇ, ਸਾਡੇ ਬਾਹਰ ਜਾਂਦੇ ਡਾਕੂਮੈਂਟਸ ਨਾਲ ਲੱਗਦੇ ਆ, ਪ੍ਰਿਸਕ੍ਰਾਈਬ ਕਰੀਦਾ ਪੂਰਾ, ਜਿਹੜੇ ਇੰਗਰੀਡੀਐਂਟਸ ਪਏ ਸਾਰਾ ਲਿਖੀਦਾ ਵਾ ਪੂਰਾ। ਕੋਈ ਟੈਨਸ਼ਨ ਨਹੀਂ ਕਿ ਪੇਸ਼ੈਂਟ ਮੰਗਵਾਵੇ ਸਾਡੇ ਕੋਲ, ਭਾਵੇਂ ਹੁਣੇ ਮੰਗਵਾਵੇ ਕਾਲ ਕਰਕੇ। ਨਹੀਂ ਇਹ ਸਿਰਫ ਤੁਸੀਂ ਬਾਹਰ ਭੇਜਦੇ ਹੋ ਜਾਂ ਇੱਥੇ ਵਾਸਤੇ ਵੀ? ਪੰਜਾਬ ਵਾਸਤੇ ਵੀ ਇਹਦਾ ਇਹ ਫਾਇਦਾ ਹੈ। ਜੇ ਤੁਹਾਨੂੰ ਕਿਸੇ ਨੂੰ ਕਮਜ਼ੋਰੀ ਨਹੀਂ ਵਿਗੀ ਹੈ, ਆਪਣੀ ਸਰਦੀਆਂ 'ਚ ਵੇਖੋ, ਹਰ ਕੋਈ ਬੰਦਾ ਕਹਿੰਦਾ ਕਿ ਮੇਰੇ 'ਚ ਜੋਸ਼ ਪਾਵਰ, ਮੈਂ ਕਿਹੜਾ ਕੰਮ ਸਕੂਟਰਾਂ ਬਾਈਕਾਂ ਕਾਰਾਂ 'ਚ ਕਰਨਾ, ਮੈਂ ਥੋੜ੍ਹਾ ਵਾਕ 'ਤੇ ਵੀ ਕਰਾਂ, ਪੈਦਲ ਵੀ ਕਰਾਂ, ਕਿਉਂਕਿ ਅੱਜ ਕੱਲ੍ਹ ਕਿਸੇ 'ਚ ਚੌਂਕ 'ਚ ਜਾਣ ਦੀ ਹਿੰਮਤ ਨਹੀਂ ਹੈਗੀ ਕਿ ਮੈਂ ਥੋੜ੍ਹਾ ਤੁਰ ਵੀ ਲਵਾਂ। ਠੀਕ ਹੈ ਨਾ। ਇਸੇ ਕਰਕੇ ਇਹ ਨੋਰਮਲ ਬੰਦਾ ਜਿਹੜਾ ਹੈਗਾ ਉਹ ਵੀ ਇਹਦਾ ਸੇਵਨ ਕਰ ਸਕਦਾ, ਕੋਈ ਇਸ਼ੂ ਨਹੀਂ ਹੈ। ਕੋਈ ਇਸ਼ੂ ਨਹੀਂ ਹੈਗਾ, ਕਿਉਂਕਿ ਸਿਹਤ ਹੈਗੀ ਆ, ਆਪਣੀ ਜਵਾਨੀ ਹੈਗੀ ਹੈ ਤੇ ਸਭ ਕੁਝ ਹੈਗਾ। ਜੇ ਜਵਾਨੀ ਨਹੀਂ ਹੈਗੀ ਤੇ ਆਪਣੇ ਕੋਲ ਕੁਝ ਵੀ ਨਹੀਂ ਹੈਗਾ। ਜੀ। ਅੱਛਾ, ਫਿਰ ਸਾਹਿਲ ਸਾਹਿਬ ਇੱਕ ਹੋਰ ਆਖਿਰ ਦੇ ਵਿੱਚ ਜਾਂਦੇ ਨੇ ਸਵਾਲ, ਇੱਥੇ ਤੁਸੀਂ ਇਹ ਕਿਹੜੀ ਥਾਂ ਹੈਗੀ ਹੈ ਜਿੱਥੇ ਤੁਸੀਂ ਅਗਰ ਕਿਸੇ ਨੇ ਡਾਇਰੈਕਟ ਲੈਣਾ ਹੋਵੇ ਇਹ ਨੁਸਖਾ, ਜਾਂ ਤੁਸੀਂ ਇੱਥੇ ਸਰੀਰਕ ਕਮਜ਼ੋਰੀ ਦਾ ਵੀ ਤੁਸੀਂ ਟ੍ਰੀਟਮੈਂਟ ਇੱਥੇ ਦਿੰਦੇ ਹੋ, ਇਹ ਕਿਹੜੀ ਥਾਂ ਹੈਗੀ ਹੈ ਔਰ ਤੁਹਾਨੂੰ ਕਿਵੇਂ ਸੰਪਰਕ ਕੀਤਾ ਜਾ ਸਕਦਾ? ਦੇਖੋ, ਜਿਹੜੇ ਨੀਚੇ ਦਿੱਤੇ ਤੁਹਾਡੇ ਨੰਬਰ ਮੇਰੇ ਚੈਨਲ ਤੇ ਚੱਲਦੇ ਹੀ ਹੈ, ਤੇ 100 ਫੁੱਟੀ ਰੋਡ ਤੇ ਆਪਣਾ ਕਲੀਨਿਕ ਹੈ, ਸਾਹਿਲ ਆਯੁਰਵੈਦਿਕ ਸੈਂਟਰ। ਤੁਸੀਂ ਕਾਲ ਕਰੋ ਮੈਨੂੰ, ਤੇ ਡਾਕਟਰ ਸਾਹਿਬ ਤੋਂ 100 ਫੁੱਟੀ ਰੋਡ ਅੰਮ੍ਰਿਤਸਰ। ਬਿਲਕੁਲ ਜੀ, ਅੰਮ੍ਰਿਤਸਰ ਤੋਂ ਤੁਸੀਂ ਮੰਗਵਾ ਵੀ ਸਕਦੇ ਹੋ, ਆ ਕੇ ਮਿਲ ਕੇ ਵੀ ਲੈ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਧੋਖਾਧੜੀ ਜ਼ਿਆਦਾ ਵਾ। ਠੀਕ ਹੈ ਨਾ, ਆ ਕੇ ਮਿਲੋ, ਫੇਸ ਟੂ ਫੇਸ ਵੀ ਲੈ ਸਕਦੇ ਹੋ, ਆਨਲਾਈਨ ਵੀ ਮੰਗਵਾ ਸਕਦੇ ਹੋ। ਠੀਕ ਹੈ, ਪਰ ਇਹਦਾ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਘਰ ਬੈਠੇ ਮੈਨੂੰ ਮੰਗਵਾਉਣਾ, ਜੇ ਤੁਸੀਂ ਮਿਲਣਾ ਚਾਹੁੰਦੇ ਹੋ ਮਿਲ ਵੀ ਸਕਦੇ ਹੋ। ਜੀ। ਅੱਛਾ ਡਾਕਟਰ ਸਾਹਿਬ, ਇੱਕ ਵਾਰ ਜਾਂਦੇ ਆਖਰੀ ਸਵਾਲ ਤੁਹਾਡੇ ਕੋਲੋਂ ਇਹ ਹੈ ਕਿ ਸਿਹਤ ਨੂੰ ਲੈ ਕੇ ਜਿਹੜੇ ਨੌਜਵਾਨ ਬਹੁਤ ਜ਼ਿਆਦਾ ਜਾਗਰੂਕ ਨਹੀਂ ਹੈਗੇ, ਆਪਣੇ ਪੇਟ ਨੂੰ ਉਹਨਾਂ ਨੇ ਕੂੜੇਦਾਨ ਵਾਂਗੂ ਬਣਾ ਲਿਆ, ਡਸਟਬਿਨ ਬਣਾ ਲਿਆ ਉਹਨਾਂ ਨੂੰ ਕੀ ਕਹੋਗੇ? ਦੇਖੋ ਜੀ, ਇੱਕ ਤਾਂ ਹੈ ਅਗਰ ਉਹਨਾਂ ਨੂੰ ਕੋਈ ਵੀ ਕਦੀ ਕਿਸੇ ਥੋੜ੍ਹੀ ਬਹੁਤੀ ਤਕਲੀਫ ਹੁੰਦੀ ਹੈ, ਹਾਂਜੀ, ਤਾਂ ਡਾਕਟਰ ਨੂੰ ਆਪਣਾ ਮਿਲ ਕੇ ਉਹ ਠੀਕ ਕਰਾ ਸਕਦੇ ਨੇ, ਇਲਾਜ ਕਰਾਉਣ ਆਪਣਾ। ਔਰ ਡਾਕਟਰ ਜਿਹੜਾ ਹੈ ਪੜ੍ਹਿਆ ਲਿਖਿਆ ਹੋਣਾ ਚਾਹੀਦਾ, ਉਹਨੂੰ ਨੌਲੇਜ ਹੋਣੀ ਚਾਹੀਦੀ ਉਸ ਰੋਗ ਦੇ ਬਾਰੇ। ਦੂਸਰੀ ਇਹ ਗੱਲ ਹੈ, ਉਹ ਆਪਣਾ ਖਾਣ ਪਾਣ ਠੀਕ ਰੱਖਣ, ਨਸ਼ਿਆਂ ਤੋਂ ਬਿਲਕੁਲ ਪਰਹੇਜ਼ ਰੱਖਣ, ਕੋਈ ਕਿਸੇ ਬੈਡ ਸੁਸਾਇਟੀ ਵਿੱਚ ਨਾ ਜਾਣ, ਖਾਣ ਪਾਣ ਆਪਣਾ ਠੀਕ ਰੱਖਣ। ਬਾਕੀ ਉਹਨਾਂ ਨੂੰ ਅਗਰ ਕੋਈ ਵੀ ਕਿਸੇ ਕਿਸਮ ਦੀ ਤਕਲੀਫ ਹੁੰਦੀ ਹੈ, ਡਾਕਟਰ ਨਾਲ ਆਪਣੇ ਨਾਲ ਕੰਸਲਟ ਕਰਨ ਔਰ ਪੜ੍ਹੇ ਲਿਖੇ ਨਾਲ ਕਰਨ। ਠੀਕ ਹੈ, ਅਗਰ ਬਾਕੀ ਜਿਹੜਾ ਚਵਨਪ੍ਰਾਸ਼ ਹੈਗਾ ਵੇ, ਇਹ ਤੁਸੀਂ ਬਿਨਾਂ ਕਿਸੇ ਤਕਲੀਫ ਤੋਂ, ਬਿਨਾਂ ਕਿਸੇ ਰੋਗ ਤੋਂ ਵੀ ਖਾ ਸਕਦੇ ਹੋ। ਜਨਰਲ ਟੌਨਿਕ ਵੀ ਹੈ, ਆਮ ਤੌਰ 'ਤੇ ਸਰਦੀਆਂ 'ਚ ਲੋਕੀ ਖਾਂਦੇ ਨੇ ਆਪਣੀ ਇਮਿਊਨਿਟੀ ਵਧਾਉਣ ਵਾਸਤੇ, ਜਿਸ ਕਰਕੇ ਤੁਹਾਡੀ ਇਮਿਊਨਿਟੀ ਬਣੀ ਰਹੇ, ਤੁਸੀਂ ਰੋਗਾਂ ਤੋਂ ਬਚੇ ਰਹੋ। ਜੀ। ਅੱਛਾ, ਜਾਂਦੇ ਸਾਹਿਲ ਸਾਹਿਬ ਕੀ ਕਹੋਗੇ ਹੋਰ ਤੁਸੀਂ ਇਸ ਤੁਹਾਡਾ ਜਿਹੜਾ ਨੁਸਖਾ ਹੈਗਾ, ਇਹਨੇ ਤਾਂ ਮੈਨੂੰ ਲੱਗਦਾ ਕਿ ਬੈਠੇ ਮੈਨੂੰ ਬ੍ਰੇਨ ਦੇ ਹਾਰਮੋਨਸ ਵੀ ਠੀਕ ਰੱਖਣੇ ਆ। ਠੀਕ ਹੈ, ਹਾਜ਼ਮਾ ਵੀ ਠੀਕ ਰੱਖਣਾ ਹੈ। ਔਰ ਇਹਦੀ ਹੋਰ ਸਪੈਸ਼ਲਿਸਟੀ ਇਹ ਹੈਗੀ ਹੈ ਕਿ ਇਹਨੇ ਆਰਟਰੀ ਵੇਨਸ, ਜਿਹੜੀ ਆਰਟਰੀ ਵੇਨਸ ਬਲੱਡ ਤੇ
ਬਲੱਡ ਫਲੋ ਲੈ ਕੇ ਜਾਂਦੀ ਹੈ ਸਾਰਾ, ਠੀਕ ਹੈ। ਦੇਖੋ ਮੈਨੂੰ ਡਕਾਰ ਆ ਗਿਆ ਖਾਂਦੇ ਹੀ। ਬਿਲਕੁਲ ਜੀ, ਇਹਨੇ ਸਾਰਾ ਬਲੱਡ ਦਾ ਸਰਕੂਲੇਸ਼ਨ ਪਿਉਰੀਫਾਈ ਕਰਨਾ ਹੈ ਔਰ ਬਿਲਕੁਲ ਤੁਹਾਡੇ ਹਾਜ਼ਮੇ ਵਾਸਤੇ ਵੀ ਠੀਕ ਹੈ, ਲੀਵਰ ਵਾਸਤੇ ਵੀ ਠੀਕ ਹੈ। ਨੋ ਕਿਡਨੀ ਸਾਈਡ ਇਫੈਕਟ, ਕੋਈ ਸਾਈਡ ਇਫੈਕਟ ਨਹੀਂ ਹੈ, ਬਿਲਕੁਲ ਸੇਫ ਹੈਗਾ ਔਰ ਜਿਹੜਾ ਮਰਜ਼ੀ ਇਹਨੂੰ ਪੇਸ਼ੈਂਟ ਖਾ ਸਕਦਾ ਵਾ। ਪੇਸ਼ੈਂਟ ਹੈ ਚਾਹੇ ਉਹ ਨੋਰਮਲ ਹੈ, ਇਹਨੂੰ ਇਹਦਾ ਸੇਵਨ ਕਰ ਸਕਦਾ ਹੈ, ਠੀਕ ਹੈ। ਖਾਣੇ ਤੋਂ ਬਾਅਦ ਵੀ ਲੈ ਸਕਦੇ ਹਾਂ, ਖਾਣੇ ਤੋਂ ਪਹਿਲੇ ਵੀ ਲੈ ਸਕਦੇ ਹਾਂ, ਕੋਈ ਚੱਕਰ ਨਹੀਂ ਹੈਗਾ ਇਹਦਾ, ਬਹੁਤ ਸੇਫ ਹੈਗਾ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸੀ ਗੁਰੂ ਚੇਲੇ ਦੀ ਉਹ ਜੋੜੀ ਅਸੀਂ ਤੁਹਾਨੂੰ ਦਿਖਾਈ ਹੈ, ਜਿਹੜੀ ਬਹੁਤ ਯੂਨੀਕ ਕੰਮ ਕਰਨ ਲਈ ਜਾਣੀ ਜਾਂਦੀ ਹੈ ਪੰਜਾਬ ਦੇ ਵਿੱਚ। 100 ਫੁੱਟੀ ਰੋਡ ਅੰਮ੍ਰਿਤਸਰ ਦੇ ਉੱਤੇ ਬੈਠੇ ਨੇ ਔਰ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਔਰ ਜਿਹੜੀਆਂ ਗੱਲਾਂ ਦੱਸੀਆਂ ਨੇ, ਕਿਉਂਕਿ ਸਾਡਾ ਜਿਹੜਾ ਬੇਸਿਕ ਪਰਪਸ ਹੁੰਦਾ ਹੈ ਕੋਈ ਵੀ ਵੀਡੀਓ ਬਣਾਉਣ ਦਾ, ਉਹ ਪਰਪਸ ਐਜੂਕੇਸ਼ਨਲ ਪਰਪਸ ਹੁੰਦਾ ਹੈ ਤੇ ਅਸੀਂ ਹਰ ਵੀਡੀਓ ਨੂੰ ਐਜੂਕੇਸ਼ਨਲ ਪਰਪਸ ਦੇ ਨਾਲ ਬਣਾਉਂਦੇ ਹਾਂ। ਕੋਈ ਵੀ ਫਾਰਮੂਲਾ, ਕੋਈ ਵੀ ਨੁਸਖਾ ਤੁਸੀਂ ਅਗਰ ਸਾਡੀ ਵੀਡੀਓ ਦੇਖਣ ਤੋਂ ਬਾਅਦ ਯੂਜ਼ ਕਰਦੇ ਹੋ ਤਾਂ ਮੇਰੀ ਗੁਜ਼ਾਰਿਸ਼, ਮੇਰੀ ਅਪੀਲ ਇਹ ਹੈ ਕਿ ਇੱਕ ਚੰਗੇ ਫਿਜ਼ੀਸ਼ੀਅਨ, ਚੰਗੇ ਵੈਦ, ਚੰਗੇ ਹਕੀਮ, ਡਾਕਟਰ ਦੀ ਸਲਾਹ ਤੋਂ ਬਿਨਾ ਕੋਈ ਵੀ ਨੁਸਖਾ ਹੈ ਜਿਹੜਾ ਤੁਸੀਂ ਇਸਤੇਮਾਲ ਨਾ ਕਰੋ, ਕਿਉਂਕਿ ਕਈ ਵਾਰ ਆਪਣੀ ਮਰਜ਼ੀ ਨਾਲ ਕੀਤਾ ਗਿਆ ਫਾਰਮੂਲਾ ਇਸਤੇਮਾਲ ਉਹ ਤੁਹਾਡੇ ਲਈ ਫਾਇਦੇਮੰਦ ਨਾ ਹੋ ਕੇ ਘਾਤਕ ਸਾਬਿਤ ਹੋ ਸਕਦਾ ਹੈ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।